वाहिगुरू जी का खालसा वाहिगुरू जी की फतेह। प्यारे विद्यार्थियों, अज असी लैसन नंबर 24 संविधान ਅਤੇ कानून बारे पढ़ांगे। इस चैप्टर ਵਿੱਚ बेटा तुसी संविधान की हुंदा है इस ਨੂੰ पढ़िया कि संविधान ਉਹ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਨ੍ਹਾਂ ਦੇ ਅਨੁਸਾਰ ਕਿਸੇ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਇਆ ਜਾਂਦਾ ਹੈ। ठीक है, ਕਾਨੂੰਨੀ ਦਸਤਾਵੇਜ਼ ਹੁੰਦਾ है, ਲੀਗਲ ਡਾਕੂਮੈਂਟ ਹੁੰਦੇ, ਕਾਨੂੰਨੀ ਕਾਨੂੰਨ ਹੁੰਦੇ, ਇਹਦੇ ਵਿੱਚ ਲਿਖੇ ਹੁੰਦੇ, ਧਾਰਾ ਲਿਖੀ ਹੁੰਦੀਆਂ ਹੈ ਜਿਹਦੇ ਅਕੋਰਡਿੰਗ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਉਂਦਾ ਹੈ, ਜਿਹਦੇ ਅਕੋਰਡਿੰਗ ਦੇਸ਼ ਦੀਆਂ ਸੈਂਟਰ ਸਟੇਟ ਗੌਰਮੈਂਟ ਚੱਲਦੀਆਂ ਹੈਗੀਆਂ। ਇਸੇ ਤਰ੍ਹਾਂ ਹੀ ਸੈਕਿੰਡ ਪੁਆਇੰਟ ਅਸੀਂ ਪੜ੍ਹਿਆ ਸੀ ਕਾਨੂੰਨ। ਕਾਨੂੰਨ ਦੇ ਅਕੋਰਡਿੰਗ ਅਸੀਂ ਇਹ ਕਿਹਾ ਸੀ ਕਿ ਕਾਨੂੰਨ ਕੀ ਆ? ਨਿਸ਼ਚਿਤ ਨਿਯਮ। ਕਿ ਨਿਸ਼ਚਿਤ ਨਿਯਮ ਆ ਕਿ ਕਹਿ ਲਓ ਕਿ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਲਈ ਵੀ ਨਿਯਮਾਂ ਦੀ ਲੋੜ ਪੈਂਦੀ ਹੈ। ਉਹ ਕਿਵੇਂ? ਵੇਖੋ ਸੰਵਿਧਾਨ ਦੀ ਭੂਮਿਕਾ ਦੇ ਵਿੱਚ ਕਿ ਅਸੀਂ ਪਿੱਛੇ ਪੜ੍ਹ ਕੇ ਆਏ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਸਮਾਜ ਦੇ ਵਿੱਚ ਰਹਿੰਦਾ ਹੈ, ਇਕੱਲਾ ਨਹੀਂ ਰਹਿ ਸਕਦਾ। ਕਾਰਨ ਕਿ ਉਹਦਾ ਸੁਭਾਅ ਅਤੇ ਮਨੁੱਖ ਦੀਆਂ ਲੋੜਾਂ ਜਿਹੜੀਆਂ ਉਹਨਾਂ ਦੀ ਪੂਰਤੀ ਲਈ ਸਮਾਜ ਦੇ ਵਿੱਚ ਮਨੁੱਖ ਨੂੰ ਰਹਿਣਾ ਪੈਂਦਾ ਹੈ। ਅਤੇ ਬੇਟਾ ਸਮਾਜ ਦੇ ਵਿੱਚ ਰਹਿ ਕੇ ਬਹੁਤ ਸਾਰੇ ਉਹ ਕਿਸੇ ਨਾ ਕਿਸੇ ਗਰੁੱਪ ਦੇ ਨਾਲ ਜੁੜਿਆ ਹੁੰਦਾ ਹੈ, ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਹੈ ਕਹਿ ਲਓ। ਠੀਕ ਹੈ, ਅਤੇ ਉਹ ਜਿਹੜੀਆਂ ਪਾਰਟੀਆਂ ਨਾ ਉਹ ਵੀ ਇੱਕ ਕਾਨੂੰਨ ਦੇ ਅਕੋਰਡਿੰਗ ਹੀ ਚੱਲਦੀਆਂ ਕਿ ਉਹਨਾਂ ਨੇ ਸੰਸਥਾ ਨੂੰ ਚਲਾਉਣ ਦੇ ਲਈ ਕੋਈ ਨਾ ਕੋਈ ਕਾਨੂੰਨ ਜਿਹੜਾ ਹਰ ਸੰਸਥਾ ਨੇ ਬਣਾਇਆ ਹੁੰਦਾ ਹੈ। ਜੇਕਰ ਆਪਾਂ ਐਗਜ਼ਾਮਪਲ ਸਕੂਲ ਦੀ ਲਾਈਫ ਦੀ ਲਈਏ ਤਾਂ ਬੇਟਾ ਜੇ ਮੰਨ ਲਓ ਸਕੂਲ ਦੇ ਵਿੱਚ ਕੋਈ ਕਾਨੂੰਨ ਨਾ ਹੋਊ ਤਾਂ ਕੀ ਹੋਊਗਾ? ਕੀ ਹੋਏਗਾ ਕਿ ਜਿਹੜੀ ਮਾਰਨਿੰਗ ਅਸੈਂਬਲੀ ਉਹ ਟਾਈਮ ਨਾਲ ਨਹੀਂ ਹੋਏਗੀ। ਠੀਕ ਹੈ, ਪੜ੍ਹਾਈ ਵੱਲ ਕੋਈ ਨਹੀਂ ਧਿਆਨ ਦਿੱਤਾ ਜਾਊਗਾ, ਕੋਈ ਸਪੋਰਟਸ ਵੱਲ ਨਹੀਂ, ਕੋਈ ਸਕੂਲ ਦੀ ਕੋਈ ਐਕਟੀਵਿਟੀ ਨਹੀਂ ਹੋਏਗੀ ਸਹੀ ਤਰੀਕੇ ਨਾਲ। ਅਤੇ ਸਕੂਲ ਜਿਹੜਾ ਵਾ ਉਹ ਇੱਕ ਜੰਗਲ ਵਾਂਗ ਲੱਗੂਗਾ ਕਿ ਬੱਚੇ ਜਿੱਧਰ ਮਰਜ਼ੀ ਘੁੰਮਦੇ ਫਿਰਦੇ ਦਿਖਾਈ ਦੇਣਗੇ ਸਾਨੂੰ। ਸੋ ਹਰ ਇੱਕ ਸੰਸਥਾ ਨੂੰ ਨਿਯਮਤ ਢੰਗ ਨਾਲ ਚਲਾਉਣ ਦੇ ਲਈ ਬੇਟਾ ਕੁਝ ਕਾਨੂੰਨਾਂ ਦੀ ਲੋੜ ਪੈਂਦੀ ਹੈ। ਠੀਕ ਹੈ, ਅਤੇ ਇਸੇ ਤਰ੍ਹਾਂ ਹੀ ਜਿੱਦਾਂ ਸਮਾਜਿਕ ਬੁਰਾਈਆਂ ਸਾਡੇ ਸਮਾਜ ਦੇ ਵਿੱਚ ਪ੍ਰਚਲਿਤ ਆ, ਜਿਨ੍ਹਾਂ ਵਿੱਚ ਇੱਕ ਕਹਿ ਲਓ ਪ੍ਰਥਾ, ਇੱਕ ਜਿਹੜੀ ਸਮਾਜਿਕ ਬੁਰਾਈ ਉਹ ਆ ਦਾਜ ਦੀ ਲਾਹਨਤ। ਦਾਜ ਦੇ ਵਿੱਚ ਕੀ ਹੁੰਦਾ ਕਿ ਜਦੋਂ ਕਿਸੇ ਲੜਕੀ ਦਾ ਵਿਆਹ ਹੁੰਦਾ ਹੈ ਅਤੇ ਉਸਦੇ ਪੇਰੈਂਟਸ ਵੱਲੋਂ ਉਹਨੂੰ ਸਮਾਨ ਦੇ ਰੂਪ ਦੇ ਵਿੱਚ ਦਾਜ ਜਿਹੜਾ ਦਿੱਤਾ ਜਾਂਦਾ ਹੈ ਵੱਖ ਵੱਖ ਚੀਜ਼ਾਂ ਵਿੱਚ। ਅਤੇ ਗਰੀਬ ਲੋਕ ਕੀ ਕਰਦੇ? ਉਹ ਕਰਜ਼ਾ ਲੈ ਕੇ ਦਾਜ ਦਿੰਦੇ, ਅਤੇ ਜਿਹੜਾ ਉਹ ਕਰਜ਼ਾ ਹੈ ਅੱਗੇ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲੀ ਜਾਂਦਾ ਹੈ, ਜਿਹਦੇ ਕਰਕੇ ਬੇਟਾ ਸਮਾਜ ਦੇ ਵਿੱਚ ਔਰਤਾਂ ਦਾ ਮਾਣ ਸਤਿਕਾਰ ਜਿਹੜਾ ਸਮਾਜ 'ਚੋਂ ਘਟਿਆ ਹੈ। ਇਸ ਤੋਂ ਇਲਾਵਾ ਭਰੂਣ ਹੱਤਿਆ ਦਾ ਵੀ ਇੱਕ ਮੇਨ ਕਾਰਨ ਇਹ ਹੈਗਾ। ਇਸ ਕਾਰਨ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦਾ ਅਨੁਪਾਤ ਜਿਹੜਾ ਰੇਸ਼ੋ ਜਿਹੜੀ ਉਹ ਘਟੀ ਹੈ। ਅਤੇ ਇਹਨੂੰ ਰੋਕਣ ਦੇ ਲਈ ਸਰਕਾਰ ਨੇ ਦਾਜ ਨੂੰ ਰੋਕਣ ਦੇ ਲਈ ਇੱਕ ਕਾਨੂੰਨ ਬਣਾਇਆ ਸੀ 1961 ਦੇ ਵਿੱਚ, ਉਹਨੂੰ ਕਹਿੰਦੇ ਦਾਜ ਰੋਕੂ ਕਾਨੂੰਨ, ਜਿਹਦੇ ਅਕੋਰਡਿੰਗ ਉਹਨਾਂ ਨੇ ਕਿਹਾ ਕਿ ਦਾਜ ਲੈਣਾ ਜਾਂ ਦਾਜ ਦੇਣਾ ਜਿਹੜਾ ਵਾ ਇੱਕ ਜੁਰਮ ਕਰਾਰ ਦਿੱਤਾ। ਅਤੇ ਜੇਕਰ ਕੋਈ ਇਸ ਕੇਸ 'ਚ ਫੜਿਆ ਜਾਂਦਾ ਤਾਂ ਬੇਟਾ ਉਹਨਾਂ ਨੂੰ ਜੁਰਮਾਨਾ ਜਾਂ ਕੈਦ ਵੀ ਜਿਹੜੀ ਉਹ ਹੁੰਦੀ ਹੈ। ਅਤੇ ਇਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈਗੀ ਆ। ਪ੍ਰੋਪਰਲੀ ਦੇਸ਼ ਵਿੱਚ ਇੰਪਲੀਮੈਂਟ ਨਹੀਂ ਹੋਇਆ ਅਜੇ ਵੀ, ਇਹਨੂੰ ਲਾਗੂ ਕਰਨ ਦੀ ਜਿਹੜੀ ਉਹ ਸਖਤੀ ਨਾਲ ਲੋੜ ਹੈਗੀ ਹੈ। ਅਤੇ ਇਸ ਬੁਰਾਈ ਨੂੰ ਖ਼ਤਮ ਕਰਨਾ ਨਾ ਅਤੇ ਬੇਟਾ ਕਾਨੂੰਨ ਦੇ ਨਾਲ ਨਾਲ ਸਾਨੂੰ ਵੀ ਸਹਿਯੋਗ ਜਿਹੜਾ ਉਹ ਦੇਣਾ ਚਾਹੀਦਾ ਹੈ ਸਰਕਾਰ ਨੂੰ। ਇਸ ਤਰ੍ਹਾਂ ਹੀ ਜਿਹੜੇ ਆ ਸਮਾਜਿਕ ਬੁਰਾਈਆਂ ਖਤਮ ਹੋਣਗੀਆਂ ਜਦੋਂ ਸਰਕਾਰ ਵੱਲੋਂ ਕਾਨੂੰਨ ਬਣਾਏ ਜਾਣਗੇ ਅਤੇ ਸਖਤੀ ਨਾਲ ਲਾਗੂ ਕੀਤੇ ਜਾਣਗੇ, ਅਤੇ ਨਾਲ ਨਾਲ ਅਸੀਂ ਵੀ ਸਰਕਾਰ ਨੂੰ ਕੋਆਪਰੇਟ ਕਰਾਂਗੇ। ਅਤੇ ਨੈਕਸਟ ਪੁਆਇੰਟ ਹੁੰਦਾ ਬੇਟਾ ਸੰਵਿਧਾਨ ਦੀ ਸਰਵਉੱਚਤਾ। ਕਿ ਸੰਵਿਧਾਨ ਪਿੱਛੇ ਪੜ੍ਹਿਆ ਕਿ ਸਭ ਤੋਂ ਉੱਪਰ ਹੈ, ਜਿੰਨੇ ਵੀ ਕਾਨੂੰਨ ਹੈਗੇ ਸਾਰਿਆਂ ਨਾਲ ਉੱਪਰ ਮੰਨਿਆ ਜਾਂਦਾ ਹੈਗਾ। ਜਿੰਨੀਆਂ ਵੀ ਅਪੁਆਇੰਟਮੈਂਟਸ ਹੁੰਦੀਆਂ ਹੈ ਗੌਰਮੈਂਟ ਲੈਵਲ ਦੇ ਉੱਪਰ, ਠੀਕ ਹੈ, ਉਹਨਾਂ ਦੀ ਅਪੁਆਇੰਟਮੈਂਟ ਤੋਂ ਪਹਿਲਾਂ, ਉਹਨਾਂ ਦੀ ਨਿਯੁਕਤੀ ਤੋਂ ਪਹਿਲਾਂ, ਅਹੁਦਿਆਂ 'ਤੇ ਨਿਯੁਕਤੀ ਤੋਂ ਪਹਿਲਾਂ ਸੰਵਿਧਾਨ ਦੀ ਸਰਵਉੱਚਤਾ ਅਤੇ ਸੰਵਿਧਾਨ ਨੂੰ ਮੰਨਣ ਦੀ ਸਹੁੰ ਚੁਕਾਈ ਜਾਂਦੀ ਹੈ। ਜਿਵੇਂ ਕਿਸੇ ਪਾਰਟੀ ਦੀ ਸਰਕਾਰ ਬਣਦੀ ਹੈ ਨਾ, ਅਤੇ ਉਹ ਸਰਕਾਰ ਦੇ ਜਿੰਨੇ ਵੀ ਜਿੱਤੇ ਹੋਏ ਮੈਂਬਰ ਹੁੰਦੇ ਜਿਹੜੇ ਲੋਕ ਸਭਾ 'ਚ ਜਾਂ ਰਾਜ ਸਭਾ ਦੇ ਵਿੱਚ ਹੁੰਦੇ, ਉਹਨਾਂ ਨੂੰ ਪਹਿਲਾਂ ਸੰਵਿਧਾਨ ਦੀ ਸਹੁੰ ਚੁਕਾਈ ਜਾਂਦੀ। ਈਵਨ ਜੱਜ ਵੀ ਉਹਨਾਂ ਨੂੰ ਸਹੁੰ ਚੁਕਾਈ ਜਾਂਦੀ ਹੈ, ਪੁਲਿਸ ਹੋ ਗਈ, ਆਰਮੀ ਹੋ ਗਈ, ਸਭ ਨੂੰ ਜਿਹੜੀ ਇਹ ਸਹੁੰ ਚੁਕਾਈ ਜਾਂਦੀ ਹੈ ਸੰਵਿਧਾਨ ਨੂੰ ਮੰਨਣ ਦੀ ਅਤੇ ਸੰਵਿਧਾਨ ਦੀ ਸਰਵਉੱਚਤਾ ਦੀ।
ਤੇ ਇਹਦੇ ਅਕੋਰਡਿੰਗ ਹੀ ਗੌਰਮੈਂਟ ਤੇ ਪ੍ਰਾਈਵੇਟ ਜਿਹੜੀਆਂ ਇੰਸਟੀਟਿਊਸ਼ਨ ਹੈਗੀਆਂ ਸੰਸਥਾਵਾਂ ਵਾ ਉਹ ਕੰਮ ਕਰਦੀਆਂ। ਤੇ ਨਿਆਂਪਾਲ ਇਹਦੇ ਲਈ ਹੋਰ ਵਧੀਆ ਪ੍ਰਬੰਧ ਇਹਨਾਂ ਨੇ ਕੀਤਾ ਕਿ ਨਿਆਂਪਾਲਿਕਾ ਦਾ ਗਠਨ ਕੀਤਾ ਇਹ ਕਾਨੂੰਨ ਦੀ ਪੈਰਵੀ ਕਰਨ ਲਈ। ਤੇ ਨਿਆਂਪਾਲਿਕਾ ਨੂੰ ਬੇਟਾ ਆਜ਼ਾਦ ਤੇ ਨਿਰਪੱਖ ਬਣਾਇਆ ਗਿਆ ਹੈ। ਆਜ਼ਾਦ ਮਤਲਬ ਕਿ ਜੱਜ ਬਿਨਾਂ ਕਿਸੇ ਡਰ ਦਬਾਅ ਦੇ ਜਿਹੜਾ ਵਾ ਫੈਸਲਾ ਕਰ ਸਕਦੇ ਆ। ਤੇ ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਕੋਰਡਿੰਗ ਕੰਮ ਨਹੀਂ ਕਰਦੀ ਤੇ ਉਹਨੂੰ ਗੈਰ ਸੰਵਿਧਾਨਿਕ ਜਿਹੜਾ ਉਹ ਘੋਸ਼ਿਤ ਕੀਤਾ ਜਾਂਦਾ ਹੈ। ਨੈਕਸਟ ਬੇਟਾ ਆਉਂਦਾ ਸੰਵਿਧਾਨ ਦੀ ਪਹਿਰੇਦਾਰੀ। ਸੰਵਿਧਾਨ ਦੀ ਪਹਿਰੇਦਾਰ ਨਿਆਂਪਾਲਿਕਾ ਨੂੰ ਮੰਨਿਆ ਗਿਆ ਹੈ। ਠੀਕ ਹੈ, ਤੇ ਇਹਦੇ ਲਈ ਨਿਆਂਪਾਲਿਕਾ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਆ, ਜਿਹਦੇ ਵਿੱਚੋਂ ਇੱਕ ਅਧਿਕਾਰ ਹੈਗਾ ਹੈ ਸੰਵਿਧਾਨ ਦੀ ਰੱਖਿਆ ਤੇ ਵਿਆਖਿਆ ਕਰਨ ਦਾ ਅਧਿਕਾਰ। ਇਸੇ ਤਰ੍ਹਾਂ ਹੀ ਨਿਆਂਪਾਲਿਕਾ ਨੂੰ ਬੇਟਾ ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਦਿੱਤਾ ਗਿਆ ਹੈਗਾ ਹੈ। ਨਿਆਇਕ ਪੁਨਰ ਨਿਰੀਖਣ ਮਤਲਬ ਕਿ ਜੇਕਰ ਕੋਈ ਸੰਸਥਾ ਜੇਕਰ ਵਿਧਾਨਪਾਲਿਕਾ ਜਾਂ ਕਾਰਜਪਾਲਿਕਾ ਵੱਲੋਂ ਬੇਟਾ ਕੋਈ ਇਹੋ ਜਿਹਾ ਆਦੇਸ਼ ਜਾਂ ਕਾਨੂੰਨ ਬਣਾਇਆ ਜਾਂਦਾ ਹੈ ਜੋ ਸੰਵਿਧਾਨ ਦੇ ਕਿਸੇ ਅਨੁਛੇਦ ਜਾਂ ਧਾਰਾ ਦੀ ਉਲੰਘਣਾ ਕਰਦਾ ਹੈ ਨਾ, ਤੇ ਉਹੋ ਜਿਹੇ ਕਾਨੂੰਨਾਂ ਨੂੰ ਨਿਆਂਪਾਲਿਕਾ ਜਿਹੜੀ ਆ ਉਹ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ, ਰੱਦ ਕਰ ਸਕਦੀ ਹੈ। ਤੇ ਜੱਜ ਸਹੀ ਤਰੀਕੇ ਨਾਲ ਇਹ ਨਿਆਂ ਕਰ ਸਕਣ, ਵੇਖ ਸਕਣ, ਤੇ ਇਸ ਕਰਕੇ ਨਿਆਂਪਾਲਿਕਾ ਨੂੰ ਬੇਟਾ ਨਿਰਪੱਖ ਆਜ਼ਾਦ ਬਣਾਇਆ ਗਿਆ ਹੈ। ਉਹਦੇ ਲਈ ਬਹੁਤ ਸਾਰੇ ਕਦਮ ਚੁੱਕੇ ਗਏ ਆ, ਜਿਵੇਂ ਜੱਜਾਂ ਦੀ ਨਿਯੁਕਤੀ ਜਿਹੜੀ ਆ ਆਪਣੀ ਯੋਗਤਾ ਦੇ ਆਧਾਰ 'ਤੇ ਉਹਨਾਂ ਦੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈਗੀ ਹੈ। ਤਨਖਾਹ ਉਹਨਾਂ ਦੀ ਜਿਹੜੀ ਆ ਸੁਪਰੀਮ ਕੋਰਟ ਦਾ ਜੱਜ ਆ ਉਹਦੀ ਤਨਖਾਹ ਅਲੱਗ ਆ, ਹਾਈ ਕੋਰਟ ਦੀ ਅਲੱਗ ਆ। ਮਤਲਬ 1 ਲੱਖ ਦੇ ਕਰੀਬ ਇਹਨਾਂ ਦੀ ਸੈਲਰੀ ਜਿਹੜੀ ਇੱਕ ਤੋਂ ਵੱਧ ਹੀ ਹੁੰਦੀ ਹੈ ਉਹ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਹੋਰ ਬਹੁਤ ਸਾਰੇ ਅਲਾਇੰਸ ਭੱਤੇ ਜਿਹੜੇ ਉਹ ਦਿੱਤੇ ਜਾਂਦੇ ਹੈਗੇ ਆ। ਤੇ ਜੇ ਉਹਨਾਂ ਦੇ ਕਾਰਜਕਾਲ ਦੀ ਗੱਲ ਕਰੀਏ ਤੇ ਬੇਟਾ ਸੁਪਰੀਮ ਕੋਰਟ ਦਾ ਜੱਜ ਜਿਹੜਾ ਉਹ 65 ਸਾਲ ਤੇ ਹਾਈ ਕੋਰਟ ਦਾ ਜਿਹੜਾ ਉਹ 62 ਸਾਲ ਨੌਕਰੀ 'ਤੇ ਰਹਿ ਸਕਦਾ ਹੈ। ਤੇ ਇਹਨਾਂ ਨੂੰ ਅਹੁਦੇ ਤੋਂ ਵੱਖ ਕਰਨ ਦਾ ਤਰੀਕਾ ਵੀ ਬਹੁਤ ਜਿਹੜਾ ਕਠਿਨ ਹੈਗਾ। ਠੀਕ ਹੈ, ਤੇ ਇੱਦਾਂ ਜੱਜ ਜਿਹੜੇ ਉਹ ਨਿਰਪੱਖ ਹੋ ਕੇ ਬਿਨਾਂ ਕਿਸੇ ਡਰ ਦਬਾਅ ਦੇ ਜਾਂ ਲਾਲਚ 'ਚ ਆ ਕੇ ਬਿਨਾਂ ਕਿਸੇ ਡਰ ਇੱਦਾਂ ਤੇ ਨਿਰਪੱਖ ਹੋ ਕੇ ਨਿਆਂ ਜਿਹੜਾ ਉਹ ਕਰਦੇ। ਇਹ ਸੀ ਨਿਆਂਪਾਲਿਕਾ ਸੰਵਿਧਾਨ ਦੀ ਪਹਿਰੇਦਾਰ। ਇਸ ਤੋਂ ਨੈਕਸਟ ਟੌਪਿਕ ਬੇਟਾ ਆਉਂਦਾ ਹੈ ਸੰਵਿਧਾਨ ਤੇ ਲੋਕਤੰਤਰ। ਸੰਵਿਧਾਨ ਤੇ ਲੋਕਤੰਤਰ ਦੇ ਅਕੋਰਡਿੰਗ ਉਹਨੇ ਕਿ ਸਾਡੇ ਦੇਸ਼ ਦੇ ਵਿੱਚ ਪੂਰਨ ਲੋਕਤੰਤਰੀ ਢਾਂਚਾ ਹੈ। ਸਾਡੇ ਹਰ ਸਿਟੀਜ਼ਨ ਨੂੰ ਵੱਖਰੇ ਵੱਖਰੇ ਅਧਿਕਾਰ ਜਿਹੜੇ ਉਹ ਦਿੱਤੇ ਗਏ ਆ। ਉਹਨਾਂ ਦੇ ਵਿੱਚ ਇੱਕ ਅਧਿਕਾਰ ਹੈਗਾ ਆਲੋਚਨਾ ਦਾ ਅਧਿਕਾਰ, ਕਿ ਜਦੋਂ ਵੀ ਕੋਈ ਸਰਕਾਰ ਲੋਕਾਂ ਦੇ ਮੰਨ ਲਓ ਕਾਨੂੰਨ ਬਣਾਉਂਦੀ ਹੈ ਤੇ ਉਹ ਲੋਕਾਂ ਦੇ ਹਿੱਤ ਵਿੱਚ ਨਹੀਂ ਹੁੰਦਾ, ਤੇ ਫਿਰ ਕੀ ਹੁੰਦਾ ਹੈ ਕਿ ਲੋਕ ਉਸ ਦਾ ਵਿਰੋਧ ਕਰ ਸਕਦੇ। ਇਹਨੂੰ ਕਹਿੰਦੇ ਆਲੋਚਨਾ ਕਰਨ ਦਾ ਅਧਿਕਾਰ। ਤੇ ਸਾਡੀ ਆਜ਼ਾਦੀ ਜਦੋਂ ਹੋਈ 15 ਅਗਸਤ 1947 ਜਦੋਂ ਦੇਸ਼ ਆਜ਼ਾਦ ਹੋਇਆ ਹੈ, ਉਸ ਤੋਂ ਪਹਿਲਾਂ ਵੀ ਬ੍ਰਿਟਿਸ਼ ਸਰਕਾਰ ਜਿਹੜੇ ਕਾਨੂੰਨ ਬਣਾਉਂਦੀ ਸੀ ਨਾ, ਉਹਨਾਂ ਕਾਨੂੰਨਾਂ ਦੀ ਵਿਰੋਧਤਾ ਲੋਕਾਂ ਵੱਲੋਂ ਕੀਤੀ ਜਾਂਦੀ। ਮਹਾਤਮਾ ਗਾਂਧੀ ਨੇ ਜਿਵੇਂ 1920 ਵਿੱਚ ਨਾ ਮਿਲਵਰਤਨ ਅੰਦੋਲਨ, 1930 ਵਿੱਚ ਸਿਵਲ ਨਾਫਰਮਾਨੀ ਤੇ 1942 ਵਿੱਚ ਭਾਰਤ ਛੱਡੋ ਅੰਦੋਲਨ ਚਲਾਏ ਗਏ ਸੀ, ਜੋ ਕਿ ਆਲੋਚਨਾ ਦੇ ਅਧਿਕਾਰ ਦੀ ਐਗਜ਼ਾਮਪਲ ਹੈਗੇ। ਇਸ ਤੋਂ ਨੈਕਸਟ 1905 ਵਿੱਚ ਬੇਟਾ ਬੰਗਾਲ ਦੀ ਵੰਡ ਹੋਈ, ਉਹਦਾ ਵੀ ਵਿਰੋਧ ਕੀਤਾ ਗਿਆ ਹੈ। ਬ੍ਰਿਟਿਸ਼ ਸਰਕਾਰ ਵੱਲੋਂ ਬਣਾਏ ਗਏ ਸਮਾਨ ਨੂੰ ਨਾ ਵਰਤਣਾ ਤੇ ਉਹਨਾਂ ਦੁਆਰਾ ਬਣਾਏ ਕੱਪੜੇ ਨਾ ਪਾਉਣੇ ਜਿਹੜੇ ਇੱਕ ਨਾ ਮਿਲਵਰਤਨ ਅੰਦੋਲਨ ਦਾ ਹਿੱਸਾ ਸੀ, ਜੋ ਕਿ ਮਹਾਤਮਾ ਗਾਂਧੀ ਜੀ ਵੱਲੋਂ ਚਲਾਇਆ ਗਿਆ ਸੀ। ਇਸੇ ਤਹਿਤ ਬੇਟਾ ਮਹਾਤਮਾ ਗਾਂਧੀ ਜੀ ਨੇ 5 ਅਪ੍ਰੈਲ 1930 ਨੂੰ ਨਾ ਡਾਂਡੀ ਨਾਮਕ ਸਥਾਨ ਦੇ ਉੱਪਰ ਲੂਣ ਬਣਾ ਕੇ ਲੂਣ ਕਾਨੂੰਨ ਵੀ ਤੋੜਿਆ ਹੈ। ਲੂਣ ਕਾਨੂੰਨ ਕਿ ਪਹਿਲਾਂ ਅੰਗਰੇਜ਼ਾਂ ਨੂੰ ਹੀ ਇਹ ਰਾਈਟ ਸੀ ਸਿਰਫ ਕਿ ਕਾਨੂੰਨ ਨਮਕ ਤਿਆਰ ਕਰਦੇ ਸੀ, ਪਰ ਇਸ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੇ ਹੋਏ ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਅੰਦੋਲਨ ਜਾਂ ਲੂਣ ਕਾਨੂੰਨ ਜਿਹੜਾ ਸੀ ਇਹਨਾਂ ਨੂੰ ਚਲਾਇਆ ਸੀ। ਤੇ ਡਾਂਡੀ ਨਾਮਕ ਪਿੰਡ ਦੇ ਵਿੱਚ ਜਾ ਕੇ, ਅਰਬ ਸਾਗਰ ਦੇ ਕਿਨਾਰੇ 'ਤੇ ਪਿੰਡ ਆ, ਉੱਥੇ ਜਾ ਕੇ ਇਹਨਾਂ ਨੇ ਖੁਦ ਨਮਕ ਬਣਾ ਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ। ਠੀਕ ਹੈ, ਸਮੁੰਦਰ ਦੇ ਪਾਣੀ ਨੂੰ ਗਰਮ ਕਰਕੇ ਲੂਣ ਬਣਾ ਕੇ ਖਾਣ ਲਈ ਕਿਹਾ ਗਿਆ ਹੈ।
ਆਜ਼ਾਦੀ ਤੋਂ ਬਾਅਦ ਵੀ ਬੇਟਾ ਬਹੁਤ ਸਾਰੇ ਹੋਰ ਵੀ ਅੰਦੋਲਨ ਚੱਲੇ, ਜਿਵੇਂ ਮੇਨ ਇਹਨਾਂ ਦੇ ਵਿੱਚ ਹੈਗਾ ਹੈ ਸ਼ਰਾਬਬੰਦੀ। ਸ਼ਰਾਬਬੰਦੀ ਕੀ ਹੁੰਦੀ ਹੈ ਕਿ ਸ਼ਰਾਬ ਦੇ ਵੇਚਣ ਤੇ ਸ਼ਰਾਬ ਨੂੰ ਪੀਣ ਤੇ ਕਾਨੂੰਨੀ ਤੌਰ ਤੇ ਮੁਕੰਮਲ ਪਾਬੰਦੀ ਹੋਵੇ। ਠੀਕ ਹੈ, ਸਰਕਾਰ ਵੱਲੋਂ ਲਾਈ ਜਾਂਦੀ ਹੈ ਪਾਬੰਦੀ ਕਿ ਸ਼ਰਾਬ ਨਾ ਤੇ ਵੇਚਣੀ ਹੈ ਤੇ ਨਾ ਪੀਣੀ ਹੈ, ਇਹਨੂੰ ਕਹਿੰਦੇ ਸ਼ਰਾਬਬੰਦੀ। ਸਾਡੇ ਦੇਸ਼ ਵਿੱਚ ਉਹਨੇ ਕਿਹਾ ਇੱਕ ਸਰਵੇ ਹੋਇਆ ਜਿਹਦੇ ਅਕੋਰਡਿੰਗ ਮੰਨਿਆ ਗਿਆ ਕਿ ਹਰ ਚੌਥਾ ਬੰਦਾ ਸ਼ਰਾਬ ਪੀਂਦਾ ਹੈ। ਤੇ ਸ਼ਰਾਬਬੰਦੀ ਨੂੰ ਲਾਗੂ ਕਰਾਉਣ ਲਈ, ਸ਼ਰਾਬ ਨੂੰ ਖਤਮ ਕਰਨ ਦੇ ਲਈ ਬੇਟਾ ਬਹੁਤ ਸਾਰੇ ਅੰਦੋਲਨ ਜਿਹੜੇ ਚਲਾਏ ਗਏ ਤੇ ਕਈ ਪ੍ਰਾਂਤਾਂ ਦੀਆਂ ਸਰਕਾਰਾਂ ਨੇ ਸ਼ਰਾਬਬੰਦੀ ਲਾਗੂ ਕੀਤੀ, ਜਿਵੇਂ ਗੁਜਰਾਤ, ਹਰਿਆਣਾ, ਕੇਰਲ। ਠੀਕ ਹੈ, ਇਹਨਾਂ ਦੀਆਂ ਸਰਕਾਰਾਂ ਨੇ ਸ਼ਰਾਬਬੰਦੀ ਦੇ ਲਈ ਬਹੁਤ ਸਾਰੇ ਕਾਨੂੰਨ ਜਿਹੜੇ ਪਾਸ ਕੀਤੇ ਸੀ, ਪਰ ਬੇਟਾ ਉਹਨਾਂ ਨੂੰ ਇੰਪਲੀਮੈਂਟ ਨਹੀਂ ਸਹੀ ਤਰੀਕੇ ਨਾਲ ਕੀਤਾ ਗਿਆ। ਠੀਕ ਹੈ, ਤੇ ਇਸ ਕਰਕੇ ਸਾਡੀ ਸਰਕਾਰ ਨੂੰ ਸਮਾਜ ਵੱਲੋਂ ਇਹਨਾਂ ਨਸ਼ਿਆਂ ਦੀ ਪੂਰਨ ਰੋਕ ਦੇ ਉਪਰਾਲੇ ਕਰਨ ਦੀ ਲੋੜ ਹੈਗੀ ਆ। ਤੇ ਜੇਕਰ ਇਹਨਾਂ ਨੂੰ ਰੋਕਿਆ ਜਾਊਗਾ ਤੇ ਬੇਟਾ ਇਹ ਜਿਹੜੀ ਸਮਾਜਿਕ ਬੁਰਾਈ ਹੈ ਇਹ ਖਤਮ ਹੋ ਸਕਦੀ ਹੈ। ਜੇਕਰ ਕਿਸੇ ਬੁਰੇ ਕਾਨੂੰਨ ਦੀ ਵਿਰੋਧਤਾ ਨਾ ਹੋਈ ਤੇ ਲੋਕਤੰਤਰ ਸਰਕਾਰ ਕੀ ਬਣ ਜਾਣੀ? ਤਾਨਾਸ਼ਾਹ। ਠੀਕ ਹੈ, ਤਾਨਾਸ਼ਾਹ ਡਿਕਟੇਟਰਸ਼ਿਪ ਬਣ ਜਾਣੀ। ਉੱਥੇ ਜੋ ਸਰਕਾਰ ਕਰੇਗੀ ਉਹੀ ਮੰਨਣਾ ਪਏਗਾ। ਇਹਨੂੰ ਕਹਿੰਦੇ ਡਿਕਟੇਟਰਸ਼ਿਪ, ਤਾਨਾਸ਼ਾਹੀ। ਤੇ ਜੇਕਰ ਕੋਈ ਵੀ ਕਾਨੂੰਨ ਸਰਕਾਰ ਵੱਲੋਂ ਜਿਹੜਾ ਬਣਾਇਆ ਜਾਂਦਾ ਜੇ ਲੋਕਾਂ ਦੇ ਹਿੱਤ ਵਿੱਚ ਨਾ ਹੋਵੇ ਤੇ ਬੇਟਾ ਉਹਦੇ ਖਿਲਾਫ ਜਿਹੜੀ ਆਵਾਜ਼ ਜਿਹੜੀ ਉਠਾਉਣ ਦਾ ਅਧਿਕਾਰ ਜਿਹੜਾ ਸਾਨੂੰ ਪ੍ਰਾਪਤ ਹੈਗਾ ਹੈ। ਤੇ ਨੀਚੇ ਵੇਖੋ ਕਿ ਸਰਕਾਰ ਨੂੰ ਆਮਦਨ ਦਾ ਇੱਕ ਵੱਡਾ ਹਿੱਸਾ ਟੈਕਸ ਦੇ ਰੂਪ ਵਿੱਚ ਸ਼ਰਾਬ ਦੀ ਵਿਕਰੀ ਤੋਂ ਪ੍ਰਾਪਤ ਹੁੰਦਾ ਹੈ। ਮਤਲਬ ਸਰਕਾਰ ਦੀ ਇਨਕਮ ਦਾ ਸੋਰਸ ਹੀ ਸ਼ਰਾਬ ਤੋਂ। ਜਿਵੇਂ ਹੁਣ ਵੀ ਬੇਟਾ ਲੋਕਡਾਊਨ ਦੇ ਦੌਰਾਨ ਵੀ ਸ਼ਰਾਬ ਜਿਹੜੀਆਂ ਵਾ ਠੇਕੇ ਜਿਹੜੇ ਉਹ ਖੁੱਲ੍ਹੇ ਹੈਗੇ। ਕਾਰਨ ਕੀ ਹੈ ਕਿ ਸਰਕਾਰ ਦੀ ਇੱਕ ਆਮਦਨ ਦਾ ਸਾਧਨ ਹੈ, ਜ਼ਰੀਆ ਕਹਿ ਲਓ। ਜਿੰਨਾ ਆਪਾਂ ਨੇ ਪੜ੍ਹਨਾ ਹੈ ਕਿ ਸਰਕਾਰ ਜਿਹੜਾ ਸ਼ਰਾਬ ਵੇਚਦੇ ਉਹ ਟੈਕਸ ਪੇ ਕਰਦੀ ਹੈ ਸਰਕਾਰ ਨੂੰ, ਅਤੇ ਉਸ ਟੈਕਸ ਤੋਂ ਸਰਕਾਰ ਨੂੰ ਬਹੁਤ ਜਿਹੜੀ ਆਮਦਨ ਜਿਹੜੀ ਉਹ ਹੁੰਦੀ। ਇਹ ਸੀ ਬੇਟਾ ਚੈਪਟਰ। ਅਤੇ ਇਸ ਚੈਪਟਰ ਨੂੰ ਰੀਡਿੰਗ ਕਰਕੇ ਬੁੱਕ ਵਰਕ ਔਰ ਵੈਰੀ ਸ਼ਾਰਟ ਕੁਐਸਚਨ ਜਿਹੜੇ ਉਹ ਤੁਸੀਂ ਖੁਦ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।